क्लास ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਤੁਹਾਡੀ ਨਾਗਰਿਕ ਦਾ ਫਸਟ ਪਾਰਟ ਵਰਤਮਾਨ ਲੋਕਤੰਤਰ ਦਾ ਇਤਿਹਾਸ ਵਿਕਾਸ ਅਤੇ ਵਿਸਥਾਰ। ਜਿਵੇਂ ਕਿ ਤੁਹਾਨੂੰ ਮੈਂ ਲਾਸਟ ਈਅਰ 8th ਕਲਾਸ ਵਿੱਚ ਵੀ ਸਮਝਾਇਆ ਸੀ ਕਿ ਚੈਪਟਰ ਦੇ ਨਾਮ ਨੂੰ ਬਹੁਤ ਧਿਆਨ ਨਾਲ ਪੜ੍ਹਿਆ ਕਰੋ, ਕਿਉਂਕਿ ਆਪਾਂ ਨੂੰ ਪਤਾ ਲੱਗ ਜਾਂਦਾ ਆਪਾਂ ਇਸ ਵਿੱਚ ਪੜ੍ਹਨਾ ਕੀ ਹੈ। ਵਰਤਮਾਨ ਲੋਕਤੰਤਰ ਮਤਲਬ ਜਿਹੜਾ ਆਪਣਾ ਅੱਜ ਕੱਲ੍ਹ ਲੋਕਤੰਤਰ ਚੱਲ ਰਿਹਾ ਹੈ ਉਸ ਦਾ ਆਪਾਂ ਇਤਿਹਾਸ ਦੇਖਾਂਗੇ ਇਸ ਪਾਠ ਦੇ ਵਿੱਚ ਕਿ ਪੁਰਾਣੇ ਟਾਈਮ ਦੇ ਵਿੱਚ, ਪ੍ਰਾਚੀਨ ਕਾਲ ਵਿੱਚ, ਮੱਧ ਕਾਲ ਵਿੱਚ, ਆਧੁਨਿਕ ਕਾਲ ਵਿੱਚ, ਕਿਉਂਕਿ ਇਤਿਹਾਸ ਦੇ 3 ਪਾਰਟ ਹੁੰਦੇ ਨੇ ਨਾ। ਤਾਂ ਆਪਾਂ ਦੇਖਾਂਗੇ ਪ੍ਰਾਚੀਨ ਕਾਲ ਵਿੱਚ ਵਰਤਮਾਨ ਜਿਹੜਾ ਲੋਕਤੰਤਰ ਆ ਉਹ ਕਿਸ ਤਰ੍ਹਾਂ ਦਾ ਸੀ, ਮੱਧ ਕਾਲ ਵਿੱਚ ਲੋਕਤੰਤਰ ਕਿਸ ਤਰ੍ਹਾਂ ਦਾ ਸੀ ਅਤੇ ਆਧੁਨਿਕ ਕਾਲ ਵਿੱਚ ਲੋਕਤੰਤਰ ਕਿਸ ਤਰ੍ਹਾਂ ਦਾ ਸੀ। ਫਿਰ ਆਪਾਂ ਉਸ ਦਾ ਵਿਕਾਸ ਦੇਖਾਂਗੇ, ਫਿਰ ਆਪਾਂ ਉਸ ਦਾ ਵਿਸਥਾਰ ਦੇਖਾਂਗੇ। ਤਾਂ ਸ਼ੁਰੂ ਕਰਦੇ ਹਾਂ ਤੁਹਾਡਾ ਚੈਪਟਰ। ਦੇਖੋ, ਪ੍ਰਾਚੀਨ ਕਾਲ ਦੇ ਵਿੱਚ ਕਾਫੀ ਸਾਰੀ ਤਾਨਾਸ਼ਾਹੀ ਪ੍ਰਣਾਲੀਆਂ ਪ੍ਰਚਲਿਤ ਰਹੀਆਂ, ਪਰ ਜੇ ਆਪਾਂ ਹੁਣ ਦੀ ਗੱਲ ਕਰੀਏ ਤਾਂ ਹੁਣ ਲੋਕਤੰਤਰ ਦਾ ਸਮਾਂ। ਇਹ ਪ੍ਰਣਾਲੀ ਬਹੁਤ ਹਰਮਨ ਪਿਆਰੀ ਹੋ ਚੁੱਕੀ ਹੈ। ਕਈ ਦੇਸ਼ਾਂ ਨੇ ਇਸ ਨੂੰ ਨਹੀਂ ਅਪਣਾਇਆ, ਮਤਲਬ ਲੋਕਤੰਤਰ ਨੂੰ ਨਹੀਂ ਅਪਣਾਇਆ, ਪਰ ਉਹਨਾਂ ਦੇਸ਼ਾਂ ਵਿੱਚ ਸਾਮਵਾਦੀ ਦਲ ਦੀ ਸਰਕਾਰ ਬਣਦੀ ਹੈ। ਉਹ ਕਿਹੜੇ ਦੇਸ਼ ਨੇ? ਰੂਸ ਅਤੇ ਚੀਨ ਨੇ ਲੋਕਤੰਤਰੀ ਪ੍ਰਣਾਲੀ ਨੂੰ ਨਹੀਂ ਅਪਣਾਇਆ। ਦੂਜੇ ਮਹਾਂਯੁੱਧ ਤੋਂ ਬਾਅਦ ਆਜ਼ਾਦ ਹੋਏ ਏਸ਼ੀਆ ਅਤੇ ਅਫਰੀਕਾ ਦੇਸ਼ਾਂ ਨੇ ਲੋਕਤੰਤਰੀ ਪ੍ਰਣਾਲੀ ਨੂੰ ਅਪਣਾਇਆ ਸੀ। ਤਾਂ ਹੁਣ ਆਪਾਂ ਸਭ ਤੋਂ ਪਹਿਲਾਂ ਪ੍ਰਾਚੀਨ ਕਾਲ ਵਿੱਚ ਦੇਖਦੇ ਹਾਂ ਕਿ ਪ੍ਰਾਚੀਨ ਕਾਲ ਵਿੱਚ ਲੋਕਤੰਤਰ ਕਿਸ ਤਰ੍ਹਾਂ ਦਾ ਸੀ, ਲੋਕਤੰਤਰ ਦਾ ਇਤਿਹਾਸ ਕੀ ਸੀ। ਦੇਖੋ, ਜਿਹੜਾ ਯੂਨਾਨ ਦੇਸ਼ ਸੀ ਨਾ, ਉੱਥੇ ਜਿਹੜੇ ਨਾਗਰਿਕ ਸੀ ਉਹ ਲੋਕਤੰਤਰ ਵਿੱਚ ਹਿੱਸਾ ਲੈਂਦੇ ਸੀ, ਅਤੇ ਪਰ ਉੱਥੇ ਨਾ ਜਿਹੜੇ ਗੁਲਾਮ ਸੀ ਉਹ ਨਹੀਂ ਲੋਕਤੰਤਰ ਵਿੱਚ ਹਿੱਸਾ ਨਹੀਂ ਲੈ ਸਕਦੇ ਸੀ। ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਪ੍ਰਾਚੀਨ ਕਾਲ ਵਿੱਚ ਲੋਕਤੰਤਰ ਹੁੰਦਾ ਸੀ, ਸਿਰਫ ਨਾਗਰਿਕ ਉਹਦੇ ਵਿੱਚ ਹਿੱਸਾ ਲੈਂਦੇ ਸੀ, ਪਰ ਗੁਲਾਮ ਹਿੱਸਾ ਨਹੀਂ ਲੈਂਦੇ ਸੀ। ਤਾਂ ਉਸ ਲੋਕਤੰਤਰ ਨੂੰ ਆਪਾਂ ਵਧੀਆ ਲੋਕਤੰਤਰ ਨਹੀਂ ਮੰਨ ਸਕਦੇ ਜਿਹਦੇ ਵਿੱਚ ਗੁਲਾਮਾਂ ਨੂੰ ਹੀ ਛੱਡਤਾ। ਜਦਕਿ ਜੇ ਆਪਾਂ ਹੁਣ ਵਰਤਮਾਨ ਲੋਕਤੰਤਰ ਦੇਖੀਏ ਉਹਦੇ ਵਿੱਚ ਤਾਂ ਸਾਰੇ ਨਾਗਰਿਕ ਹਿੱਸਾ ਲੈਂਦੇ ਨੇ। ਤਾਂ ਇਹ ਸਿਰਫ ਤੁਹਾਨੂੰ ਦੱਸਣ ਵਾਸਤੇ ਹੈ ਕਿ ਯੂਨਾਨ ਦੇ ਵਿੱਚ ਕਿਸ ਤਰ੍ਹਾਂ ਦਾ ਲੋਕਤੰਤਰ ਸੀ ਪ੍ਰਾਚੀਨ ਕਾਲ ਦੇ ਵਿੱਚ। ਹੁਣ ਆਪਾਂ ਗੱਲ ਕਰਦੇ ਹਾਂ ਰੋਮ ਦੀ। ਜਿਵੇਂ ਕਿ ਉੱਪਰ ਦੱਸਿਆ, ਰੋਮ ਦੇ ਵਿੱਚ ਪ੍ਰਾਚੀਨ ਕਾਲ ਵਿੱਚ ਲੋਕਤੰਤਰ ਕੀ ਸੀ। ਕਹਿੰਦੇ ਰੋਮ ਦੇ ਵਿੱਚ ਇੱਕ ਰਾਜਾ ਦੀ ਚੋਣ ਹੁੰਦੀ ਸੀ ਅਤੇ ਰਾਜਾ ਆਪਣੀ ਇੱਛਾ ਅਨੁਸਾਰ ਕੰਮ ਕਰਦਾ ਸੀ, ਅਤੇ ਰਾਜਾ ਮਤਲਬ ਆਪਣੇ ਅਨੁਸਾਰ ਸ਼ਕਤੀਆਂ ਦੀ ਵਰਤੋਂ ਕਰਦਾ ਸੀ। ਪ੍ਰਾਚੀਨ ਕਾਲ ਦੇ ਵਿੱਚ ਹੀ ਚੋਲ ਵੰਸ਼ ਦੇ ਵਿੱਚ ਜਿਹੜਾ ਲੋਕਤੰਤਰ ਸੀ, ਉਸ ਅਨੁਸਾਰ ਜਿਹੜਾ ਰਾਜ ਸੀ ਉਸਨੂੰ ਕਈ ਛੋਟੀਆਂ ਇਕਾਈਆਂ ਵਿੱਚ ਵੰਡਿਆ ਹੋਇਆ ਸੀ। ਕਿਹੜੀਆਂ ਇਕਾਈਆਂ ਸੀ? ਇਹ ਤੁਹਾਨੂੰ ਕੁਐਸਚਨ ਵੀ ਹੈਗਾ ਕਿ ਚੋਲ ਵੰਸ਼ ਵਿੱਚ ਲੋਕਤੰਤਰ ਕਿਸ ਤਰ੍ਹਾਂ ਦਾ ਸੀ, ਤਾਂ ਕਿਹੜੀਆਂ ਇਕਾਈਆਂ ਵਿੱਚ ਵੰਡਿਆ ਹੋਇਆ ਸੀ? ਮੰਡਲਮ, ਵਲਾਡੂ, ਨਾਇਡੂ। ਸਥਾਨਕ ਪ੍ਰਬੰਧ ਚਲਾਉਣ ਲਈ ਕਮੇਟੀ ਸਿਸਟਮ, ਜਿਵੇਂ ਕਰ ਸੀਗਾ। ਕਮੇਟੀ, ਸਫਾਈ ਦੇ ਪ੍ਰਬੰਧ ਲਈ ਕਮੇਟੀ, ਪਾਣੀ ਲਈ ਕਮੇਟੀ, ਨਿਆਂ ਪ੍ਰਬੰਧ ਲਈ ਕਮੇਟੀ। ਇਸ ਦੇ ਵਿੱਚ ਇੱਕ ਫਿਲਿਪਸ ਜਾਂ ਕੁਐਸਚਨ ਵੀ ਆ ਜਾਂਦਾ ਕਿ ਪ੍ਰਸ਼ਾਸਨ ਦੀ, ਉਸ ਚੋਲ ਵੰਸ਼ ਵਿੱਚ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਕੀ ਸੀ? ਉਰ ਸੀ। ਪ੍ਰਬੰਧ ਨੂੰ ਚਲਾਉਣ ਲਈ 30 ਮੈਂਬਰੀ ਕਮੇਟੀ ਸੀ। 30 ਵਾਰਡ ਸਨ ਅਤੇ ਹਰ ਵਾਰਡ ਵਿੱਚੋਂ ਇੱਕ ਮੈਂਬਰ ਦੀ ਚੋਣ ਕੀਤੀ ਜਾਂਦੀ ਸੀ। ਇਹ ਤਾਂ ਸੀਗਾ ਪ੍ਰਾਚੀਨ ਕਾਲ ਦੇ ਵਿੱਚ ਲੋਕਤੰਤਰ ਕਿਸ ਤਰ੍ਹਾਂ ਚੱਲਦਾ ਸੀ। ਹੁਣ ਆਪਾਂ ਮੱਧ ਕਾਲ ਵਿੱਚ ਦੇਖਣ ਜਾ ਰਹੇ ਹਾਂ। ਬੜੀ ਹੀ ਸਿੰਪਲ ਤਰੀਕੇ ਨਾਲ ਮੈਂ ਇਹਨਾਂ ਨੂੰ ਕਰਤਾ। ਇਹਨਾਂ ਦੇ ਤੁਸੀਂ ਨੋਟਸ ਬਣਾ ਸਕਦੇ ਹੋ, ਇਹਨਾਂ ਨੂੰ ਪੁਆਇੰਟਸ ਨੂੰ ਤੁਸੀਂ ਨੋਟ ਕਰ ਲਓ। ਜਿਵੇਂ ਜਿਵੇਂ ਕੁਐਸਚਨ ਪੁੱਛੂਗਾ ਤੁਸੀਂ ਰਾਈਟ ਡਾਊਨ ਕਰ ਦਿਓ। ਇਟ ਇਜ਼ ਵੈਰੀ ਸਿੰਪਲ ਐਂਡ ਈਜ਼ੀ ਟੂ ਲਰਨ। ਯਾਦ ਕਰਨ ਲਈ ਬਹੁਤ ਹੀ ਈਜ਼ੀ ਤਰੀਕਾ ਹੈ। ਲਾਸਟ ਤੱਕ ਦੇਖਿਓ ਤੁਸੀਂ, ਤੁਹਾਨੂੰ ਸਾਰਾ ਚੈਪਟਰ ਵਿੱਚ ਮੈਂ ਕੁਐਸਚਨ ਵੀ ਐਡ ਕਰਤੇ ਜਿਹੜੇ ਕੁਐਸਚਨ ਇਸ ਪਾਰਟ ਦੇ ਵਿੱਚੋਂ ਪੁੱਛੇ ਜਾ ਸਕਦੇ ਨੇ ਔਰ ਇੰਪੋਰਟੈਂਟ ਬਹੁਤ ਨੇ। ਯੂਰਪ ਵਿੱਚ ਦੇਖੋ ਮੱਧਕਾਲ 5ਵੀਂ ਸਦੀ ਤੋਂ 7ਵੀਂ ਸਦੀ ਤੱਕ ਰਿਹਾ। ਭਾਰਤ ਵਿੱਚ ਮੱਧਕਾਲ 7ਵੀਂ ਸਦੀ ਤੋਂ 18ਵੀਂ ਸਦੀ ਤੱਕ ਰਿਹਾ। ਇਹ ਦੋਨੋਂ ਕੁਐਸਚਨ ਬਣਦੇ ਨੇ ਕਿ ਯੂਰਪ ਵਿੱਚ ਮੱਧਕਾਲ ਕਿੰਨਵੀਂ ਸਦੀ ਤੱਕ ਸੀ ਅਤੇ ਭਾਰਤ ਵਿੱਚ ਕਿੰਨਵੀਂ ਸਦੀ ਤੱਕ ਸੀ, ਅਤੇ ਕਿਹੜਾ ਮਤਲਬ ਮੱਧਕਾਲ ਵਿੱਚ ਕੀ ਪ੍ਰਸਿੱਧ ਸੀ? ਸਮੰਤਵਾਦੀ ਕਾਲ ਕਿਹਾ ਜਾਂਦਾ ਉਸਨੂੰ। ਕੀ ਹੁੰਦਾ ਸੀ ਸਮੰਤ ਦਾ ਮਤਲਬ? ਰਾਜਾ ਸਮੰਤਾਂ ਨੂੰ ਕੀ ਦੇ ਦਿੰਦਾ ਸੀ? ਭੂਮੀ ਦੇ ਦਿੰਦਾ ਸੀ। ਇੱਕ ਤਰ੍ਹਾਂ ਨਾਲ ਸਮੰਤਾਂ ਨੂੰ ਸਮਝੋ ਤੁਸੀਂ ਜ਼ਮੀਂਦਾਰਾਂ ਨੂੰ। ਜ਼ਮੀਂਦਾਰ ਕਾਸ਼ਤਕਾਰਾਂ ਵਿੱਚ ਭੂਮੀ ਦੀ ਵੰਡ ਕਰ ਦਿੰਦੇ ਸੀ। ਕਾਸ਼ਤਕਾਰ ਮਤਲਬ ਕਿਸਾਨ, ਅਤੇ ਕਿਸਾਨਾਂ ਦਾ ਸ਼ੋਸ਼ਣ ਹੁੰਦਾ ਸੀ। ਫਿਰ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਮੱਧਕਾਲ ਹਨੇਰੇ ਦਾ ਯੁੱਗ ਸੀ। ਲੋਕਤੰਤਰ ਦੀ ਸ਼ੁਰੂਆਤ ਨਹੀਂ ਹੋਈ ਸੀ ਮੱਧਕਾਲ ਵਿੱਚ। ਹੁਣ ਆਪਾਂ ਆਧੁਨਿਕ ਕਾਲ ਵਿੱਚ ਦੇਖੋ, ਦਮਨਕਾਰੀ ਨੀਤੀਆਂ ਵਿਰੁੱਧ ਪ੍ਰਕਿਰਿਆ ਸ਼ੁਰੂ ਹੋ ਗਈ ਸੀ।
दैवी अधिकारियों ਨੂੰ ਇੰਗਲੈਂਡ ਦੀ ਸੰਸਦ ਵਿੱਚ ਚੁਣੌਤੀ ਮਿਲੀ। मतलब अधिकारां वास्ते बोलिया गया, चैलेंज किया गया, अधिकार देने चाहिए लोगों को। राजियां की शक्ति सीमित हुई, इंग्लैंड विच लोकतंत्री आदर्शां की स्थापना हुई। ये सीगा आधुनिक काल। या 20वीं सदी विच पहले युद्ध तो बाद नवे देशों का जन्म होया, नवे देश लोकतंत्री देश सन। पर इस टाइम भी जर्मनी ते इटली विच लोकतंत्र नूं नहीं मन्निया गया, क्योंकि जर्मनी ते इटली विच नाजीवाद ते इटली विच फासीवाद धारनावां चलियां सी, जिन्हां ने लोकतंत्र नूं अगे नहीं वधन दिता। दूजे महायुद्ध समय 1939 ते 45 ईस्वी विच फिर मतलब जिहड़ा दूजा महायुद्ध होया, इस करके 1939 तो 45 तक चलदा रहा। तो 1947 ईस्वी विच जदों अपना भारत देश आज़ाद होया, फिर प्रभुसत्ता संपन्न लोकतंत्री गणराज बनिया। जिन्ना को मैंने तुहानूं पढ़ाया उहदे विचों जिहड़े क्वेश्चन बनते हैं फिलहाल वो देखो, अगे भी पढ़ांगे। फिर अजकल दुनिया विच किहड़ी शासन प्रणाली अपनाई जा रही है? की आंसर आऊगा इहदा? लोकतंत्री। पहले विश्व युद्ध तो बाद इटली विच की सीगा? फासीवाद ते जर्मनी विच नाजीवाद। एक क्वेश्चन सीगा, मैं तुहानूं क्वेश्चन भी नाल दी नाल दे रही हाँ। तुहानूं समझाउण तो बाद मैंने क्वेश्चन सैट करते ने तां जो तुसीं कन्फ्यूज़ ना हो। वो जिन्ना को पढ़ोगे उसकी रिवीजन नाल दी नाल ही कर लो। हुण आपां देखो इतिहास तो देख लिया, प्राचीन काल, मध्यकाल ते आधुनिक काल विच जिहड़ा लोकतंत्र सी वो किवें चल रहा सी। हुण आपां देखांगे लोकतंत्र दा विकास कित्थों होया। चिली बहुत ही इंपॉर्टेंट क्वेश्चन है। चिली दे विचों क्वेश्चन तुहानूं बनदे ने इस पार्ट दे विचों। चिली 1970 विच एलेंडो इत्थे दा राष्ट्रपति बनिया। 11 सितंबर 1973 विच एलेंडो दे विरुद्ध सैनिक साजिश हुई, क्योंकि जिहड़ा एलेंडे सी ना वो एक बहुत वधिया राष्ट्रपति सी ते उसने ना प्रजा दी हित लई काम कीते सन, जिस करके कई सैनिक देखो जिहड़ा इंसान अच्छा हुंदा ना उसके विरुद्ध ना कोई साजिशां जरूर होण लग जांदियां ने। इसी तरह एलेंडे नाल होया ते इन्हां साजिशां दा शिकार भी होया एलेंडे ते उसकी मौत हो गई। फिर जिहड़ी मिलटरी सी ਉਹਦੀ कमांड किहदे हत्थ विच आ गई? पिनोश के हत्थ विच आ गई। ये आपां थोड़ा जिहा होर डीपली देखते हैं। देखो ये मैं एक चार्ट तुहानूं शो कर रही हाँ, तो मैं चाहनी हाँ तुसीं भी अपनियां नोटबुक्स ते इस तरह चार्ट बना लो, चिली ते पोलैंड, तो आपां नूं लोकतंत्र के विकास ते विस्तार का पता लगूगा। तो इसनूं आपां थोड़ा होर नेड़े तो देखते हैं, चिली बारे पढ़ते हैं। चिली के आ सारे पॉइंट तुसीं लिख सकते हो, तो ये क्वेश्चन नूं तुसीं ईजीली अटैम्प्ट कर सकते हो। ये पूरे पैरे दे विचों तुसीं ये लगा लो घट्टो घट्ट 5-7 क्वेश्चन MCQ फिलअप्स खाली ठीक गलत भी आ जाते हैं ये। तो मतलब ये बहुत इंपॉर्टेंट है। एलेंडे सोशलिस्ट पार्टी का नेता सी। पहला क्वेश्चन ये बनता है कि एलेंडे किस पार्टी का नेता सी। 1970 विच एलेंडे चिली का राष्ट्रपति चुनिया गया। फिर क्वेश्चन बनता है कि एलेंडे चिली का राष्ट्रपति कदों बनिया। 11 सितंबर 1973 नूं सैनिक तानाशाह पिनोश ने एलेंडे नूं मरवाया ते खुद गद्दी ते बैठ गया। पिनोश का तानाशाह राज कदों तक चलिया? ये क्वेश्चन बनता है। 17 साल तक। 1988 विच जदों पिनोश ने जनमत संग्रह करवाया, मतलब जदों वोटां पईयां तो लोगों ने उसके राज नूं नकारता। आपां ये भी कह सकते हैं कि किहड़े साल विच चिली दे विच लोकतंत्र लई आवाज़ उठी, दोबारा उठी, मतलब वो सीगा 1988 का साल। इस तरह चिली विच लोकतंत्र की बहाली हुई। कदों हुई सी? लोकतंत्र की दोबारा गल कदों हुई? 1988 विच। हुण देखो ये क्वेश्चन बना के तुहानूं दे रही हाँ कि एलेंडे चिली का राष्ट्रपति कदों बनिया? 1970 विच। क्वेश्चन चिली विच लोकतंत्र की मुड़ बहाली कदों हुई? 1988 विच। मैंने तुहानूं बहुत अपने वालों पूरी कोशिश की है कि जिन्ना भी ईजी हो सके इस चैप्टर नूं मैं तुहानूं समझा दा। देखो हुण तुहानूं ये पता लग गया भी चिली दे विच पिनोश का जिहड़ा लोकतंत्र तानाशाह राज सी खत्म होया, क्योंकि लोगों ने जनमत संग्रह विच पिनोश की तानाशाही का अंत करता। फिर उस तो बाद की होया? मिशेल बैचलर 2006 विच इत्थे दी राष्ट्रपति बनती है। आ मिशेल बैचलर इत्थे राष्ट्रपति बन के आई। ये क्वेश्चन आ जाता है कि 2006 विच मिशेल बैचलर कित्थों दी राष्ट्रपति सी चिली विच, ते लोकतंत्र की गल हुई। ठीक है बेटे, बहुत इंपॉर्टेंट सी ये भी। हुण आपां पोलैंड देखांगे। पोलैंड नूं सिर्फ ये तुसीं
ਵਾਲੇਸ਼ਾ ਹੈ, ਇਹ ਪੋਲੈਂਡ ਦਾ ਰਾਸ਼ਟਰਪਤੀ ਬਣਿਆ ਸੀ। ਇਹਦੀ ਫੋਟੋ ਦਿਖਾ ਰਹੀ ਹਾਂ ਮੈਂ ਤੁਹਾਨੂੰ, ਅਤੇ ਇਹਦੇ ਰਿਗਾਰਡਿੰਗ ਜਿਹੜਾ ਮੇਨ ਕੁਐਸਚਨ ਹੈ ਉਹ ਮੈਂ ਤੁਹਾਨੂੰ ਸ਼ੋ ਕਰਦੀ ਹਾਂ। ਇੱਕ ਮਿੰਟ, ਆਹ ਸੀਗਾ ਇਹ ਪੋਲੈਂਡ ਦੇ। ਤੁਸੀਂ ਬੇਟੇ ਆਹ ਵਾਲੇ ਸਾਰੇ ਪੁਆਇੰਟ ਯਾਦ ਰੱਖਣੇ ਆ ਕਿ 1980 ਵਿੱਚ ਪੋਲੈਂਡ ਵਿੱਚ ਪੋਲਿਸ਼ ਯੂਨਾਈਟਿਡ ਵਰਕਰਸ ਪਾਰਟੀ ਦੀ ਸਰਕਾਰ ਸੀ। ਜਿਹੜਾ ਵਿਅਕਤੀ ਇਸ ਸਰਕਾਰ ਦੇ ਵਿਰੁੱਧ ਬੋਲਦਾ ਸੀ ਉਸਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਜਾਂਦਾ ਸੀ। 14 ਅਗਸਤ 1980 ਨੂੰ ਲੈਨਿਨ ਸ਼ਿਪਯਾਰਡ ਦੇ ਕਾਮਿਆਂ ਨੇ ਇੱਕ ਮਹਿਲਾ ਵਰਕਰ ਨੂੰ ਵਾਪਸ ਨੌਕਰੀ ਵਿੱਚ ਲੈਣ ਲਈ ਹੜਤਾਲ ਕਰ ਦਿੱਤੀ। ਇਸ ਹੜਤਾਲ ਦੀ ਅਗਵਾਈ ਲੇਕ ਵੈਲੇਸਾ ਨੇ ਕੀਤੀ। ਤੁਹਾਨੂੰ ਹੁਣੀ ਮੈਂ ਲੇਕ ਵੈਲੇਸਾ ਦੀ ਫੋਟੋ ਦਿਖਾਈ ਸੀ, ਆ ਸੀਗੀ। ਠੀਕ ਹੈ ਬੇਟੇ, ਤਾਂ ਸਰਕਾਰ ਨੂੰ ਕਾਮਿਆਂ ਅੱਗੇ ਝੁਕਣਾ ਪਿਆ ਅਤੇ ਉਹਨਾਂ ਦੀਆਂ ਮੰਗਾਂ ਮੰਨਣੀਆਂ ਪਈਆਂ। 1990 ਵਿੱਚ ਪਹਿਲੀ ਵਾਰ ਰਾਸ਼ਟਰਪਤੀ ਦੀਆਂ ਚੋਣਾਂ ਹੋਈਆਂ ਇੱਥੇ, ਅਤੇ ਜਿਸ ਵਿੱਚ ਵੈਲੇਸਾ ਪੋਲੈਂਡ ਦਾ ਰਾਸ਼ਟਰਪਤੀ ਬਣਿਆ। ਠੀਕ ਹੈ ਬੇਟੇ, ਬਹੁਤ ਮਤਲਬ ਇੰਪੋਰਟੈਂਟ ਨੇ ਕਿ ਕਿਸ ਤਰ੍ਹਾਂ ਉੱਥੇ ਲੋਕਤੰਤਰ ਦਾ ਵਿਕਾਸ ਹੋਇਆ, ਕਿਸ ਤਰ੍ਹਾਂ ਲੋਕਾਂ ਨੇ ਆਪਣੇ ਹੱਕ ਦੇ ਲਈ ਆਵਾਜ਼ ਉਠਾਉਣੀ ਸ਼ੁਰੂ ਕੀਤੀ। ਇਹ ਤੁਸੀਂ ਇੱਥੋਂ ਸਿੱਖਿਆ, ਅਤੇ ਇਹਦੇ ਵਿੱਚ ਵੀ ਸਾਰੇ ਕੁਐਸਚਨ ਬਣਦੇ ਨੇ, ਫਿਲਪਸ ਬਣਦੀਆਂ ਨੇ। ਤੁਸੀਂ ਇਹਨੂੰ ਆਪਣੀ ਨੋਟਬੁੱਕ 'ਤੇ ਉਤਾਰ ਸਕਦੇ ਹੋ, ਈਜ਼ੀਲੀ ਯਾਦ ਹੋ ਜਾਣਗੇ, ਕਿਉਂਕਿ ਇਹ ਬਹੁਤ ਹੀ ਸਿੰਪਲ ਨੇ, ਗਾਈਡ ਨਾਲੋਂ ਸੌਖੇ ਨੇ। ਨੈਕਸਟ ਆਪਾਂ ਦੇਖਾਂਗੇ ਕਿ ਲੋਕਤੰਤਰ ਦੀ ਸਥਾਪਨਾ ਦੇ ਵਿਕਾਸ ਸੰਬੰਧੀ ਆਪਾਂ ਪੁਆਇੰਟ ਦੇਖਣ ਜਾ ਰਹੇ ਹਾਂ ਕਿ ਕੀ ਸਨ। ਦੇਖੋ, ਫਰਾਂਸ ਦੀ ਕ੍ਰਾਂਤੀ ਨੇ ਯੂਰਪ ਦੇ ਕਈ ਦੇਸ਼ਾਂ ਵਿੱਚ ਲੋਕਤੰਤਰੀ ਲਹਿਰਾਂ ਨੂੰ ਜਨਮ ਦਿੱਤਾ। 1789 ਵਿੱਚ ਹੋਈ ਸੀ ਫਰਾਂਸ ਦੀ ਕ੍ਰਾਂਤੀ। ਆਪਾਂ ਹੁਣ ਦੇਖਣ ਜਾ ਰਹੇ ਹਾਂ ਕਿ ਲੋਕਤੰਤਰ ਦਾ ਵਿਕਾਸ ਕਿਵੇਂ ਹੋਇਆ। ਉੱਤਰੀ ਅਮਰੀਕਾ ਵਿੱਚ ਬ੍ਰਿਟਿਸ਼ ਕਲੋਨੀਆਂ ਦੇ ਸੰਘਰਸ਼ ਤੋਂ ਬਾਅਦ 1776 ਵਿੱਚ ਆਜ਼ਾਦੀ ਮਿਲ ਗਈ। ਸੰਯੁਕਤ ਰਾਜ ਅਮਰੀਕਾ ਦੀ ਸਥਾਪਨਾ ਕਰਨ ਤੋਂ ਬਾਅਦ 1787 ਵਿੱਚ ਲੋਕਤੰਤਰੀ ਸੰਵਿਧਾਨ ਨੂੰ ਗ੍ਰਹਿਣ ਕੀਤਾ। 19ਵੀਂ ਸਦੀ ਵਿੱਚ ਲੋਕਤੰਤਰ 3 ਗੱਲਾਂ 'ਤੇ ਕੇਂਦਰਿਤ ਸੀ: ਰਾਜਨੀਤਿਕ ਸਮਾਨਤਾ, ਆਜ਼ਾਦੀ ਅਤੇ ਨਿਆਂ। ਹੁਣ ਵੋਟ ਦੇ ਅਧਿਕਾਰ ਦੀ ਮੰਗ ਉੱਠੀ। ਵੋਟ ਕੌਣ ਪਾ ਸਕਦਾ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਸਰਵ ਵਿਆਪਕ ਬਾਲਕ ਮਤ ਦਾ ਅਧਿਕਾਰ। ਬਹੁਤ ਇੰਪੋਰਟੈਂਟ ਹੈ, ਇਹ ਕੁਐਸਚਨ ਆਊਗਾ ਤੁਹਾਨੂੰ ਪੇਪਰ ਦੇ ਵਿੱਚ, ਕੀ ਹੁੰਦਾ ਹੈ। ਤਾਂ ਆਹ ਵਾਲੇ ਸਾਰੇ ਪੁਆਇੰਟ ਲਿਖਣੇ ਆ ਤੁਸੀਂ ਕਿ ਸਰਵ ਵਿਆਪਕ ਬਾਲਕ ਮਤ ਅਧਿਕਾਰ ਕੀ ਹੁੰਦਾ ਹੈ, ਔਰ ਪੇਪਰ 'ਚ ਆਉਣਾ ਹੀ ਆਉਣਾ ਹੈ। ਸਾਰੇ ਨਾਗਰਿਕ ਨੂੰ ਜਨਮ, ਰੰਗ, ਨਸਲ ਤੋਂ ਬਿਨਾਂ ਮਤਲਬ ਇਹਨਾਂ ਵਿੱਚ ਫਰਕ ਕੀਤੇ ਬਿਨਾਂ ਵੋਟ ਪਾਉਣ ਦਾ ਅਧਿਕਾਰ ਹੈ। ਪਹਿਲਾ ਪੁਆਇੰਟ ਤਾਂ ਇਹ ਬਣਦਾ ਇਹਦਾ ਕਿ ਕਿਸੇ ਵੀ ਵਿਅਕਤੀ ਨੂੰ ਜਾਤੀ ਧਰਮ ਦੇ ਆਧਾਰ 'ਤੇ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਹੀਂ ਕੀਤਾ ਜਾਂਦਾ। ਕੋਈ ਵੀ ਨਾਗਰਿਕ, ਚਾਹੇ ਉਹ ਕਿਸੇ ਵੀ ਨਸਲ ਦਾ, ਕਿਸੇ ਵੀ ਜਾਤੀ ਦਾ, ਕੋਈ ਵੀ ਆ, ਉਹ ਵੋਟ ਪਾ ਸਕਦਾ ਹੈ। ਇੱਕ ਨਿਸ਼ਚਿਤ ਉਮਰ 'ਤੇ ਪਹੁੰਚਣ 'ਤੇ ਵੋਟ ਦਾ ਅਧਿਕਾਰ ਦਿੱਤਾ ਜਾਂਦਾ ਹੈ, ਜੋ ਕਿ ਜਿਵੇਂ 18 ਸਾਲ ਹੈ ਨਾ ਆਪਣੇ। ਅਤੇ ਭਾਰਤ ਵਿੱਚ ਇਹ ਅਧਿਕਾਰ ਆਜ਼ਾਦੀ ਤੋਂ ਬਾਅਦ ਸਾਡੇ ਦੇਸ਼ ਦੇ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਪ੍ਰਾਪਤ ਹੋਇਆ ਸੀ। ਮਤਲਬ ਭਾਰਤ ਨੂੰ ਕਦੋਂ ਮਿਲਿਆ? ਆਜ਼ਾਦੀ ਤੋਂ ਬਾਅਦ ਸਾਡੇ ਦੇਸ਼ ਵਿੱਚ ਜਦੋਂ ਸੰਵਿਧਾਨ ਬਣਿਆ ਫਿਰ ਇਹ ਪ੍ਰਾਪਤ ਹੋਇਆ ਸੀ। ਹੁਣ ਆਪਾਂ ਕੁਝ ਪੁਆਇੰਟ ਦੇਖਾਂਗੇ ਕਿ 1945 ਤੋਂ ਬਾਅਦ ਅਤੇ ਕਿਵੇਂ ਆਪਣਾ ਇਹ ਲੋਕਤੰਤਰ ਦਾ ਵਿਕਾਸ ਹੋਇਆ। ਦੇਖੋ, 1945 ਤੋਂ ਬਾਅਦ ਅਫਰੀਕਾ ਉੱਤੇ ਏਸ਼ੀਆ ਦੇ ਦੇਸ਼ਾਂ ਤੋਂ ਬਸਤੀਵਾਦ ਦਾ ਖਾਤਮਾ ਹੋਇਆ। ਜਿਵੇਂ ਨਾ ਹਰੇਕ ਦੇਸ਼ ਦੇ ਵਿੱਚ ਮਤਲਬ ਲੋਕ ਅੱਗੇ ਵਧੇ ਤਾਂ ਹੀ ਜਿਹੜਾ ਮਤਲਬ ਲੋਕਤੰਤਰ ਸੀ ਉਹਦਾ ਵਿਸਥਾਰ ਹੁੰਦਾ ਗਿਆ। 1947 ਵਿੱਚ ਭਾਰਤ ਆਜ਼ਾਦ ਹੋਇਆ। ਭਾਰਤ ਦਾ ਲੋਕਤੰਤਰੀ ਪ੍ਰਣਾਲੀ ਨੂੰ ਅਪਣਾਉਣਾ। 1957 ਵਿੱਚ ਅਫਰੀਕਾ ਮਹਾਂਦੀਪ ਦੇ ਦੇਸ਼ ਗਾਨਾ ਨੂੰ ਆਜ਼ਾਦੀ ਮਿਲੀ। ਗਾਨਾ ਲੋਕਤੰਤਰੀ ਦੇਸ਼ ਜ਼ਿਆਦਾ ਸਮਾਂ ਨਾ ਰਹਿਣਾ। ਸੋਵੀਅਤ ਸੰਘ ਦੇ ਟੁੱਟਣ ਕਾਰਨ 15 ਦੇਸ਼ਾਂ ਨੇ ਲੋਕਤੰਤਰ ਨੂੰ ਅਪਣਾਇਆ। ਠੀਕ ਹੈ। 1990 ਵਿੱਚ ਕੀ ਹੁੰਦਾ ਹੈ? ਬੰਗਲਾਦੇਸ਼ ਅਤੇ ਪਾਕਿਸਤਾਨ ਵਿੱਚ ਸੈਨਿਕ ਤਾਨਾਸ਼ਾਹ ਖਤਮ ਹੋ ਗਿਆ। ਮਤਲਬ ਜਿੰਨੇ ਵੀ ਪੁਆਇੰਟ ਤੁਸੀਂ ਦੇਖ ਰਹੇ ਹੋ ਕਿ ਹਰ ਦੇਸ਼ ਨੇ ਕੋਈ ਨਾ ਕੋਈ ਤਰੱਕੀ ਕੀਤੀ, ਲੋਕਤੰਤਰ ਬਣਿਆ ਉੱਥੇ। 1999 ਵਿੱਚ ਪਾਕਿਸਤਾਨ ਦੀ ਵਾਗਡੋਰ ਸੈਨਿਕ ਤਾਨਾਸ਼ਾਹ ਦੇ ਹੱਥ ਵਿੱਚ ਆ ਗਈ। ਇੱਥੋਂ ਆਪਾਂ ਨੂੰ ਪਤਾ ਲੱਗ ਰਿਹਾ ਕਿ ਪਾਕਿਸਤਾਨ ਦੀ ਵਾਗਡੋਰ 99 ਵਿੱਚ ਸੈਨਿਕ ਤਾਨਾਸ਼ਾਹ ਕੋਲ ਸੀ। ਅਤੇ 2004 ਵਿੱਚ 140 ਦੇਸ਼ਾਂ ਵਿੱਚ ਚੋਣਾਂ ਦੀ ਰਾਜਨੀਤਿਕ ਦਲਾਂ ਦੁਆਰਾ ਭਾਗ ਲੈਣਾ। ਇਹ ਪੁਆਇੰਟ ਮੇਨ ਨੇ ਥੋੜ੍ਹੇ ਜਿਹੇ ਜੋ ਤੁਸੀਂ ਯਾਦ ਰੱਖਣੇ ਹੈ। 1980 ਤੋਂ ਬਾਅਦ 80 ਦੇਸ਼ਾਂ ਨੇ, ਆਹ ਕੁਐਸਚਨ ਪੁੱਛਿਆ ਜਾਂਦਾ ਹੈ ਕਿ 1980 ਤੋਂ ਬਾਅਦ ਕਿੰਨੇ ਦੇਸ਼ਾਂ ਨੇ ਲੋਕਤੰਤਰੀ ਪ੍ਰਣਾਲੀ ਨੂੰ ਅਪਣਾਇਆ ਸੀ? 80 ਦੇਸ਼ਾਂ ਨੇ। ਠੀਕ ਹੈ ਬੇਟੇ। ਹੁਣ ਆਪਾਂ ਦੇਖਾਂਗੇ ਅੰਤਰਰਾਸ਼ਟਰੀ ਪੱਧਰ 'ਤੇ ਅੰਤਰਰਾਸ਼ਟਰੀ ਸੰਸਥਾਵਾਂ ਕਿੰਨੀਆਂ ਨੇ ਵਿਸਥਾਰ ਕਰ ਰਹੀਆਂ ਨੇ ਜਿਹੜੀਆਂ ਲੋਕਤੰਤਰ ਦਾ, ਕਿਹੜੀਆਂ ਨੇ। ਆਓ ਹੁਣ ਅੰਤਰਰਾਸ਼ਟਰੀ ਪੱਧਰ 'ਤੇ ਲੋਕਤੰਤਰ ਦੀ ਸਥਾਪਨਾ ਬਾਰੇ ਜਾਣਕਾਰੀ ਹਾਸਿਲ ਕਰੀਏ। ਇਸ ਨੂੰ ਇੱਕ ਟੇਬਲ ਰਾਹੀਂ ਤੁਹਾਨੂੰ ਦਰਸਾਇਆ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਸੰਘ ਸਭ ਤੋਂ ਪਹਿਲਾਂ
ਫਿਰ ਅੰਤਰਰਾਸ਼ਟਰੀ ਮੁਦਰਾ ਕੋਸ਼, ਫਿਰ ਵਿਸ਼ਵ ਬੈਂਕ। ਇਸ ਦੇ ਨਾਲ ਹੀ ਆਪਣਾ ਇਹ ਚੈਪਟਰ ਖਤਮ ਹੋਊਗਾ। ਆਪਾਂ ਇਹਨਾਂ ਤਿੰਨਾਂ ਨੂੰ ਇੱਕ ਇੱਕ ਕਰਕੇ ਦੇਖਦੇ ਹਾਂ। ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ 24 ਅਕਤੂਬਰ 1945 ਵਿੱਚ ਹੋਈ। 193 ਦੇਸ਼ ਸਨ ਇਸ ਵਿੱਚ। ਦੇਖੋ, ਵੱਖ-ਵੱਖ ਦੇਸ਼ਾਂ ਦੇ ਆਪਸੀ ਝਗੜਿਆਂ ਦਾ ਫੈਸਲਾ ਕਰਨ ਲਈ ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ ਕੀਤੀ ਗਈ ਸੀ। ਇਸ ਦੇ ਵਿੱਚ ਜਿਹੜੇ ਪੁਆਇੰਟ ਸੀ, ਮਹਾਸਭਾ, ਸਕੱਤਰੇਤ, ਇੱਕ ਮਹਾਸਭਾ ਹੁੰਦੀ ਹੈ ਜਿਹਦੇ ਵਿੱਚ ਇੱਕ ਸਕੱਤਰੇਤ ਹੁੰਦਾ, ਸੈਕਟਰੀ ਜਨਰਲ ਹੁੰਦਾ ਇਹਦੇ ਵਿੱਚ, ਰਾਸ਼ਟਰੀ ਸੁਰੱਖਿਆ ਪਰਿਸ਼ਦ, ਸਥਾਈ ਅਤੇ ਅਸਥਾਈ ਮੈਂਬਰ, ਅਤੇ ਵੀਟੋ ਸ਼ਕਤੀ, ਜਿਨ੍ਹਾਂ ਬਾਰੇ ਅਲੱਗ-ਅਲੱਗ ਆਪਾਂ ਪੁਆਇੰਟ ਦੇਖਣ ਜਾਵਾਂਗੇ। ਦੇਖੋ, ਸੰਯੁਕਤ ਰਾਸ਼ਟਰ ਸੰਘ ਦੇ ਜਿਹੜੇ ਮੇਨ ਪੁਆਇੰਟ ਨੇ ਉਹ ਤੁਸੀਂ ਇੱਥੋਂ ਨੋਟ ਕਰਨੇ ਨੇ। ਇਹ ਸਿਰਫ ਤੁਹਾਨੂੰ ਉਹਦੀ ਸਥਾਪਨਾ ਡੇਟ ਦੱਸਣੀ ਸੀ। ਤਾਂ ਹੁਣ ਤੱਕ ਇਸ ਦੇ 193 ਦੇਸ਼ ਮੈਂਬਰ ਹਨ। ਇਸ ਦੀ ਇੱਕ ਮਹਾਸਭਾ ਹੈ ਜਿੱਥੇ ਸਾਰੇ ਮੈਂਬਰ ਦੇਸ਼ ਦੁਨੀਆ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕਰਦੇ ਨੇ। ਕਿੱਥੇ? ਜਿਵੇਂ ਕਿ ਆ ਦੱਸਿਆ ਸੀ, ਮਹਾਸਭਾ 'ਚ। ਪਰ ਮਹਾਸਭਾ ਦੇਸ਼ਾਂ ਵਿਚਕਾਰ ਝਗੜਿਆਂ ਸੰਬੰਧੀ ਕੋਈ ਫੈਸਲਾ ਨਹੀਂ ਲੈ ਸਕਦੀ। ਇਸ ਸੰਸਥਾ ਦਾ ਇੱਕ ਮਹੱਤਵਪੂਰਨ ਅੰਗ ਹੈ ਸੁਰੱਖਿਆ ਪਰਿਸ਼ਦ। ਇਹ ਫੈਸਲੇ ਲੈਂਦੀ ਹੈ। ਠੀਕ ਹੈ ਬੇਟੇ। ਸੁਰੱਖਿਆ ਪਰਿਸ਼ਦ ਦੇ 5 ਸਥਾਈ ਮੈਂਬਰ ਨੇ। ਤੁਸੀਂ ਇਹ ਸਥਾਈ ਮੈਂਬਰ ਯਾਦ ਕਰਨੇ ਨੇ ਕਿਹੜੇ ਨੇ, ਕਿਉਂਕਿ ਇਹ ਕੁਐਸਚਨ ਪੁੱਛਿਆ ਜਾਂਦਾ ਕਿ ਕਿਹੜੇ ਦੇਸ਼ ਸੁਰੱਖਿਆ ਪਰਿਸ਼ਦ ਦੇ ਸਥਾਈ ਮੈਂਬਰ ਹਨ। ਅਮਰੀਕਾ, ਇੰਗਲੈਂਡ, ਰੂਸ, ਫਰਾਂਸ ਅਤੇ ਚੀਨ। ਅੱਛਾ, ਇਹਨਾਂ ਕੋਲ ਹੀ ਵੀਟੋ ਸ਼ਕਤੀ ਹੈ। ਇਹ ਵੀ ਆਪਾਂ ਕੁਐਸਚਨ ਦੇਖਾਂਗੇ ਕਿ ਵੀਟੋ ਸ਼ਕਤੀ ਹੁੰਦੀ ਕੀ ਹੈ। ਜਿਨ੍ਹਾਂ ਦੇਸ਼ਾਂ ਕੋਲ ਵੀਟੋ ਸ਼ਕਤੀ ਹੁੰਦੀ ਹੈ ਨਾ, ਉਹੀ ਫੈਸਲੇ ਲੈ ਸਕਦੇ ਨੇ, ਉਹ ਬੋਲ ਸਕਦੇ ਨੇ, ਉਹਨਾਂ ਦੇ ਅਕੋਰਡਿੰਗ ਹੀ ਕੰਮ ਹੁੰਦਾ ਹੈ। ਆਪਾਂ ਅੱਗੇ ਕੁਐਸਚਨ ਦੇਖਾਂਗੇ। ਤਾਂ ਸੰਯੁਕਤ ਰਾਸ਼ਟਰ ਸੰਘ ਦੇ ਫਿਲਹਾਲ ਤੁਸੀਂ ਆਹ ਵਾਲੇ ਸਾਰੇ ਪੁਆਇੰਟ ਯਾਦ ਰੱਖਣੇ ਆ, ਕਿਉਂਕਿ ਸੰਯੁਕਤ ਰਾਸ਼ਟਰ ਸੰਘ 'ਤੇ ਜਦੋਂ ਵੀ ਨੋਟ ਆਉਂਦਾ ਹੈ ਵੀ ਸੰਯੁਕਤ ਰਾਸ਼ਟਰ ਸੰਘ 'ਤੇ ਨੋਟ ਲਿਖੋ ਤਾਂ ਆਹ ਤੁਸੀਂ ਲਿਖਣੇ ਉੱਤੇ। ਨੈਕਸਟ ਆਪਣੇ ਕੋਲ ਆ ਦੇਖੋ, ਵੀਟੋ ਸ਼ਕਤੀ ਤੋਂ ਕੀ ਭਾਵ ਹੈ। ਸੰਯੁਕਤ ਰਾਸ਼ਟਰ ਸੰਘ ਵਿੱਚ ਵੀਟੋ ਸ਼ਕਤੀ ਕਿਹੜੇ ਦੇਸ਼ਾਂ ਕੋਲ ਹੈ? ਆ ਗਿਆ ਨਾ ਕੁਐਸਚਨ ਹੈ। ਵੀਟੋ ਸ਼ਕਤੀ ਦਾ ਅਰਥ ਹੈ ਨਾ ਕਹਿਣ ਦੀ ਸ਼ਕਤੀ। ਮਤਲਬ ਕਿਹੜੇ ਦੇਸ਼ ਨੇ ਜਿਹੜੇ ਨਾ ਕਰ ਦੇਣ ਨਾ, ਫਿਰ ਉਹ ਕੰਮ ਉੱਥੇ ਹੀ ਖੜ ਜਾਂਦਾ। ਇਸ ਦਾ ਅਰਥ ਹੈ ਕਿ ਜਿਸ ਨੂੰ ਵੀਟੋ ਸ਼ਕਤੀ ਪ੍ਰਯੋਗ ਕਰਨ ਦਾ ਅਧਿਕਾਰ ਹੋਵੇ, ਉਸ ਦੀ ਮਰਜ਼ੀ ਤੋਂ ਬਿਨਾਂ ਕੋਈ ਵੀ ਪ੍ਰਸਤਾਵ ਪਾਸ ਨਹੀਂ ਹੋ ਸਕਦਾ। ਯਾਨੀ ਕਿ ਜਿਹੜੇ 5 ਦੇਸ਼ ਆਪਾਂ ਨੇ ਦੇਖੇ ਨੇ, ਸੰਯੁਕਤ ਰਾਜ ਅਮਰੀਕਾ, ਰੂਸ, ਇੰਗਲੈਂਡ ਅਤੇ ਫਰਾਂਸ ਅਤੇ ਚੀਨ, ਇਹ 5 ਦੇਸ਼ ਜੇ ਵਿੱਚੋਂ ਕੋਈ ਵੀ ਦੇਸ਼ ਜੇ ਮਨਾ ਕਰ ਦਿੰਦਾ ਤਾਂ ਉਹ ਕੰਮ ਹੋਊਗਾ ਨਹੀਂ, ਜੇ ਇਹ ਮਨਾ ਕਰ ਦੇ। ਤਾਂ ਇਟ ਇਜ਼ ਵੈਰੀ ਇੰਪੋਰਟੈਂਟ। ਇਹ ਕੁਐਸਚਨ ਵੀ ਤੁਹਾਨੂੰ ਪੇਪਰ 'ਚ ਆਉਣਾ, ਸਰਵ ਬਾਲਗ ਮਤ ਅਧਿਕਾਰ ਵੀ ਔਰ ਵੀਟੋ ਸ਼ਕਤੀ ਵੀ। ਨੈਕਸਟ ਆਪਾਂ ਅੰਤਰਰਾਸ਼ਟਰੀ ਮੁਦਰਾ ਕੋਸ਼ ਦੇਖਦੇ ਹਾਂ। ਇਹ ਦੁਨੀਆ ਭਰ ਦੇ ਦੇਸ਼ਾਂ ਨੂੰ ਕਰਜ਼ੇ ਦੇਣ ਦਾ ਕੰਮ ਕਰਦਾ ਹੈ। ਇਸ ਦੇ 199 ਦੇਸ਼ ਮੈਂਬਰ ਹਨ। ਹਰ ਇੱਕ ਮੈਂਬਰ ਦੇਸ਼ ਦੀ ਵੋਟ ਉਸ ਦੁਆਰਾ ਇਸ ਸੰਸਥਾ ਨੂੰ ਦਿੱਤੀ ਗਈ ਰਾਸ਼ੀ ਦੇ ਅਨੁਸਾਰ ਨਿਸ਼ਚਿਤ ਕੀਤੀ ਜਾਂਦੀ ਹੈ। ਮਤਲਬ ਹਰ ਇੱਕ ਮੈਂਬਰ ਦੇਸ਼ ਦੀ ਵੋਟ ਉਸ ਦੁਆਰਾ ਇਸ ਸੰਸਥਾ ਨੂੰ ਦਿੱਤੀ ਗਈ ਰਾਸ਼ੀ ਦੇ ਅਨੁਸਾਰ ਨਿਸ਼ਚਿਤ ਕੀਤੀ ਜਾਂਦੀ ਹੈ। ਇਸ ਸੰਸਥਾ ਦੀ 52% ਵੋਟ ਸ਼ਕਤੀ ਕੇਵਲ 10 ਦੇਸ਼ਾਂ ਕੋਲ ਹੈ ਜੋ ਕਿ ਅਮੀਰ ਹਨ। ਉਹ ਆਪਾਂ ਦੇਖਦੇ ਹਾਂ ਕਿ ਕਿਹੜੇ 10 ਦੇਸ਼ ਨੇ। ਉਹ ਇਹ ਵੀ ਇੱਕ ਕੁਐਸਚਨ ਆਉਂਦਾ ਹੁੰਦਾ। ਬਾਕੀ ਸਾਰੇ ਪੁਆਇੰਟ ਤਾਂ ਅੰਤਰਰਾਸ਼ਟਰੀ ਮੁਦਰਾ ਕੋਸ਼ ਦੇ ਆਹ ਵਾਲੇ ਦੇ ਦਿਓ। ਜਿਹੜੇ 10 ਦੇਸ਼ ਨੇ ਉਹ ਮੈਂ ਤੁਹਾਨੂੰ ਇਸ ਕੁਐਸਚਨ ਦੇ ਵਿੱਚ ਦਿਖਾਉਂਦੀ ਹਾਂ ਕਿਹੜੇ 10 ਦੇਸ਼ ਨੇ। ਦੇਖੋ, ਅਮਰੀਕਾ, ਜਾਪਾਨ, ਜਰਮਨੀ, ਫਰਾਂਸ, ਇੰਗਲੈਂਡ, ਚੀਨ, ਇਟਲੀ, ਸਾਊਦੀ ਅਰਬ, ਰੂਸ ਅਤੇ ਕੈਨੇਡਾ। ਠੀਕ ਹੈ ਬੇਟੇ। ਇਹ ਕੁਐਸਚਨ ਨੂੰ ਇਸ ਤਰ੍ਹਾਂ ਤੁਸੀਂ ਯਾਦ ਕਰਨਾ ਜਿਵੇਂ ਕਿ ਮੈਂ ਤੁਹਾਨੂੰ ਪਿੱਛੇ ਦਿਖਾਇਆ ਹੈ। ਨੈਕਸਟ ਆਪਣੇ ਕੋਲ ਹੈ ਸੰਯੁਕਤ ਰਾਸ਼ਟਰ ਤੇ ਨੋਟ। ਇਹ ਮੈਂ ਤੁਹਾਨੂੰ ਕਰਵਾ ਚੁੱਕੀ ਹਾਂ। ਮੈਂ ਤੁਹਾਨੂੰ ਸਿਰਫ ਦਿਖਾ ਰਹੀ ਹਾਂ ਕਿ ਇਹਦਾ ਕੁਐਸਚਨ ਵੀ ਬਣ ਕੇ ਜ਼ਰੂਰ ਆਉਂਦਾ ਹੈ ਅਤੇ ਤੁਸੀਂ ਆਹ ਵਾਲੇ ਪੁਆਇੰਟ ਸੰਯੁਕਤ ਰਾਸ਼ਟਰ ਸੰਘ ਵਾਲੇ ਯਾਦ ਰੱਖਣੇ ਹਨ। ਨੈਕਸਟ ਆਪਣੇ ਕੋਲ ਹੈ ਵਿਸ਼ਵ ਬੈਂਕ। ਇਸ 'ਤੇ ਆਪਣਾ ਚੈਪਟਰ ਖਤਮ ਹੋ ਜਾਊਗਾ ਬਸ। ਇਸ ਦੀ ਵਿਵਸਥਾ ਵੀ ਅੰਤਰਰਾਸ਼ਟਰੀ ਮੁਦਰਾ ਕੋਸ਼ ਦੀ ਤਰ੍ਹਾਂ ਹੀ ਹੁੰਦੀ ਹੈ ਬੇਟੇ। ਇਸ ਦਾ ਪ੍ਰਧਾਨ ਹਮੇਸ਼ਾ ਅਮਰੀਕਾ ਦੇ ਨਾਗਰਿਕ ਨੂੰ ਹੀ ਬਣਾਇਆ ਜਾਂਦਾ ਹੈ। ਅਤੇ ਹੁਣ ਮੈਂ ਤੁਹਾਡੇ ਲਈ ਨਾ ਕੁਛ ਖਾਲੀ ਥਾਵਾਂ ਇਸ ਪੋਰਸ਼ਨ 'ਚੋਂ ਸੈੱਟ ਕੀਤੀਆਂ ਨੇ। ਚੋਲ ਰਾਜਿਆਂ ਦੇ ਸਮੇਂ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਕੀ ਸੀ? ਉਹ ਮੈਂ ਡੈਸ਼ ਭਰਤੀ ਹੈ, ਡੈਸ਼ ਹੈ ਉਰ। ਚਿਲੀ ਵਿੱਚ ਸੋਸ਼ਲਿਸਟ ਪਾਰਟੀ ਦੀ ਅਗਵਾਈ ਸਾਲਵਾਡੋਰ ਐਲੰਡੇਜ਼ ਦਾ ਪੂਰਾ ਨਾਮ ਸੀ ਬੇਟਾ ਨੇ ਕੀਤੀ। ਕੁਝ ਸਹੀ ਗਲਤ ਨੇ। ਦੇਖੋ, ਭਾਰਤ ਸੰਯੁਕਤ ਰਾਸ਼ਟਰ ਸੰਘ ਦੀ ਸੁਰੱਖਿਆ ਪਰਿਸ਼ਦ ਦਾ ਸਥਾਈ ਮੈਂਬਰ ਹੈ? ਨਹੀਂ, ਆਪਾਂ ਨੇ ਸੁਰੱਖਿਆ ਪਰਿਸ਼ਦ ਦੇ ਸਥਾਈ ਮੈਂਬਰ ਦੇਖੇ ਸੀ, ਤਾਂ ਹੀ ਮੈਂ ਤੁਹਾਨੂੰ ਕਿਹਾ ਸੀ ਨੋਟ ਕਰ ਲਓ। ਠੀਕ ਹੈ ਬੇਟੇ। ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਲੋਕਤੰਤਰ ਲਗਾਤਾਰ ਚੱਲ ਰਿਹਾ ਹੈ। ਚੱਲ ਰਿਹਾ ਉੱਥੇ ਲੋਕਤੰਤਰ, ਜਦ ਕਿ ਆਪਾਂ ਇੱਕ ਪੁਆਇੰਟ ਪੜ੍ਹਿਆ ਸੀ ਕਿ ਉੱਥੇ ਸੈਨਿਕ ਤਾਨਾਸ਼ਾਹ ਹੈ, ਲੋਕਤੰਤਰ ਹੀ ਨਹੀਂ ਹੈਗਾ। ਤਾਂ ਇਹ ਵੀ ਗਲਤ ਹੈ। ਤਾਂ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਜੇ ਤੁਸੀਂ ਇਸ ਵੀਡੀਓ ਨੂੰ ਬਹੁਤ ਹੀ ਧਿਆਨ ਨਾਲ ਸੁਣਦੇ ਹੋ, ਤੁਹਾਡੇ MCQ, ਤੁਹਾਡੇ ਸਹੀ ਗਲਤ, ਤੁਹਾਡੀਆਂ ਖਾਲੀ ਥਾਵਾਂ ਔਰ ਤੁਹਾਡੇ ਸਾਰੇ ਮੇਨ ਕੁਐਸਚਨ ਹੋ ਜਾਣਗੇ।
ਤਾਂ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਹੋਊਗੀ। ਇਹਦੇ ਰਿਗਾਰਡਿੰਗ ਹੁਣ ਮੈਂ ਕੁਛ MCQ ਰੱਖ ਰਹੀ ਹਾਂ। ਹੇਠ ਲਿਖਿਆਂ ਵਿੱਚੋਂ ਕਿਸ ਦੇਸ਼ ਨੇ ਦੁਨੀਆ ਦੇ ਦੇਸ਼ਾਂ ਨੂੰ ਸੰਸਦੀ ਲੋਕਤੰਤਰੀ ਪ੍ਰਣਾਲੀ ਅਪਣਾਉਣ ਦੀ ਪ੍ਰੇਰਨਾ ਦਿੱਤੀ? ਇੰਗਲੈਂਡ ਨੇ। ਇੰਗਲੈਂਡ ਤੋਂ ਦੇਖਿਆ ਸੀ ਨਾ ਆਪਾਂ ਨੇ। ਹੇਠ ਲਿਖੇ ਦੇਸ਼ਾਂ ਵਿੱਚੋਂ ਵੀਟੋ ਸ਼ਕਤੀ ਕਿਹੜੇ ਦੇਸ਼ ਕੋਲ ਨਹੀਂ ਹੈ? ਕੁਐਸਚਨ ਨੂੰ ਧਿਆਨ ਨਾਲ ਪੜ੍ਹਨਾ ਹੈ। ਭਾਰਤ ਕੋਲ ਨਹੀਂ ਹੈਗੀ ਵੀਟੋ ਸ਼ਕਤੀ, ਭਾਰਤ ਕੋਲ ਨਹੀਂ ਹੈ। ਇੱਥੇ ਹੀ ਆਪਣਾ ਇਹ ਚੈਪਟਰ ਬੇਟਾ ਖਤਮ ਹੋ ਜਾਂਦਾ ਹੈ। ਔਰ ਮੈਨੇ ਇੱਕ ਕੋਸ਼ਿਸ਼ ਕੀਤੀ ਹੈ ਤੁਹਾਡੇ ਤੱਕ ਇਸ ਚੈਪਟਰ ਨੂੰ ਬਹੁਤ ਈਜ਼ੀ ਤਰੀਕੇ ਨਾਲ ਪੇਸ਼ ਕਰਨ ਦੀ। ਆਈ ਹੋਪ ਯੂ ਆਲ ਆਰ ਲਾਈਕ, ਕਮੈਂਟ ਐਂਡ ਸ਼ੇਅਰ। ਕਮੈਂਟ ਕਰਕੇ ਮੈਨੂੰ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਲੱਗੀ, ਕਿਉਂਕਿ ਇਸ ਵੀਡੀਓ 'ਤੇ ਮੈਂ ਮਿਹਨਤ ਬਹੁਤ ਕੀਤੀ ਹੈ, ਬਹੁਤ ਜ਼ਿਆਦਾ ਮਿਹਨਤ ਕੀਤੀ ਹੈ, ਕਿਉਂਕਿ ਥੋੜ੍ਹੇ ਜਿਹੇ ਇਹਦੇ ਵਿੱਚ ਹੈਗੇ ਸੀਗੇ ਕੁਛ ਕੰਸੈਪਟ ਜਿਹੜੇ ਨਾ ਔਖੇ ਸੀਗੇ, ਉਹਨਾਂ ਨੂੰ ਈਜ਼ੀ ਵੇ ਨਾਲ ਸਮਝਾਇਆ ਮੈਨੇ। ਓਕੇ ਬੇਟਾ, ਹੈਵ ਅ ਨਾਈਸ ਡੇ, ਥੈਂਕ ਯੂ।